ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਨ ਰਾਜ ਮਾਲ ਮਨ ਸੋਰ, ਜੋ ਨ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤ ਛੁਟੈ ਸੰਸਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਜਪਜੀ ਸਾਹਿਬ ਜੀ ਦੀਆਂ ਅਗਲੀਆਂ 33ਵੀਂ ਪੌੜੀ ਦੀਆਂ ਕੁਝ ਪੰਕਤੀਆਂ ਦਾ ਪਾਠ ਸਰਵਣ ਕੀਤਾ। ਆਓ ਇਹਨਾਂ ਸ਼ਬਦਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਨੂੰ ਅਤੇ ਸੰਗਤਾਂ ਨੂੰ ਕੀ ਸਮਝਾ ਰਹੇ ਹਨ, ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਰ ਨਾ ਰਾਜ ਮਾਲ ਮਨ ਸੋਰ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜੇ ਕੋਈ ਰਾਜਾ ਇਹ ਚਾਹੇ ਕਿ ਸਾਰਾ ਰਾਜ ਮੇਰਾ ਹੋਵੇ, ਤੇ ਮਨੁੱਖ ਦੀ ਇਹ ਤਾਕਤ ਨਹੀਂ ਕਿ ਉਹ ਰਾਜ ਭਾਗ ਇਕੱਠਾ ਕਰ ਲਵੇ। ਭਾਵੇਂ ਉਹਦੇ ਦਿਮਾਗ ਦੇ ਵਿੱਚ ਬੜਾ ਹੀ ਰੌਲਾ ਪੈਂਦਾ ਰਹਿੰਦਾ, ਮਨੁੱਖ ਦੇ ਦਿਮਾਗ ਵਿੱਚ ਮੈਂ ਐਂ ਕਰ ਦੇਵਾਂ, ਮੈਂ ਇਹ ਕਰ ਦੇਵਾਂ, ਉਹ ਕਰ ਦੇਵਾਂ, ਪਰ ਮਨੁੱਖ ਦੀ ਮਰਜ਼ੀ ਨਹੀਂ ਚੱਲਦੀ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਦੁਰਯੋਧਨ ਰਾਜੇ ਦੀ ਗੱਲ ਕਰੀਏ ਤਾਂ ਉਸਨੇ ਕੋਸ਼ਿਸ਼ ਕੀਤੀ ਮੈਂ ਪਾਂਡਵਾਂ ਨੂੰ ਮਾਰ ਕੇ ਤੇ ਮੇਰਾ ਰਾਜ ਹੋਵੇ। ਧੱਕੇ ਦੇ ਨਾਲ ਉਹਨੇ ਰਾਜ ਮਾਲ ਆਦਿ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪ੍ਰਭੂ ਦੀ ਮਰਜ਼ੀ ਨਹੀਂ ਸੀ ਤਾਂ ਇਹ ਸਭ ਕੁਝ ਉਸ ਨੂੰ ਪ੍ਰਾਪਤ ਨਹੀਂ ਹੋ ਸਕਿਆ, ਬਲਕਿ ਸਮੇਤ ਆਪਣੀਆਂ ਫੌਜਾਂ ਦੇ ਖਤਮ ਹੋ ਗਿਆ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਬਹੁਤ ਸਾਰੇ ਰਾਜਿਆਂ ਨੇ ਜ਼ੋਰ ਲਾਇਆ, ਆਪਣੀ ਬਲ ਦੀ ਵਰਤੋਂ ਕੀਤੀ, ਪਰ ਯਤਨ ਕਰਨ ਦੇ ਬਾਵਜੂਦ ਵੀ ਰਾਜ ਭਾਗ ਹਾਸਲ ਨਹੀਂ ਕਰ ਸਕੇ। ਰਾਜ ਮਾਲ ਦੇ ਮਨ ਵਿੱਚੋਂ ਰੌਲੇ ਰੱਪੇ ਦਾ ਖਾਤਮਾ ਨਹੀਂ ਕਰ ਸਕੇ। ਜੇ ਗੁਰੂ ਚਾਹੇ ਤੇ ਗੁਰੂ ਦੀ ਕਿਰਪਾ ਦੇ ਸਦਕਾ ਹੀ ਕੁਝ ਹੋ ਸਕਦਾ ਹੈ। ਜੇ ਆਪਾਂ ਗੱਲ ਕਰੀਏ ਪ੍ਰਿਥੀ ਚੰਦ ਦੀ, ਜਿਸ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਵਾਸਤੇ ਬੜੇ ਹੱਥ ਕੰਡੇ ਵਰਤੇ। ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਾਰ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਹੋਰਾਂ ਨੂੰ ਕੈਦ ਕਰਵਾ ਕੇ ਗੁਰਤਾ ਗੱਦੀ ਲੈਣੀ ਚਾਹੁੰਦਾ ਸੀ। ਸੋਹਣੀ ਖਾਨ ਦੇ ਨਾਲ ਇਸ ਨੇ ਮਿਲਾਪ ਕੀਤਾ, ਸੋਹਣੀ ਖਾਨ ਨਾਲ ਦੋਸਤੀ ਪਾਈ, ਪੱਗਵਟ ਭਰਾ ਬਣਾ ਲਿਆ ਉਸ ਨੂੰ। ਤੇ ਸੋਹਣੀ ਖਾਨ ਨੇ ਵੀ ਇਸ ਦਾ ਸਾਥ ਦਿੰਦਿਆਂ ਹੋਇਆਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਫੜਨ ਲਈ ਆਉਣਾ ਕੀਤਾ। ਜਦੋਂ ਪਹਿਲੀ ਵਾਰ ਆਇਆ, ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਦਾ ਪਹਿਲਾ ਵਚਨ ਪੂਰਾ ਕਰਦੇ ਹੋਏ ਕਿਵੇਂ ਗੁਰੂ ਕਿਆਂ ਨੂੰ ਭਾਜਣਾ ਪਈਆਂ ਤਾਂ ਇਹ ਵੀ ਪਹਿਨਗੀਆਂ। ਤੇ ਮਾਤਾ ਗੰਗਾ ਜੀ ਦੇ ਉਧਰ ਵਿਖੇ ਪੁੱਤਰ ਦੀ ਸੰਭਾਵਨਾ ਸੀ। ਸਤਿਗੁਰਾਂ ਨੇ ਸਮਾਂ ਵਿਚਾਰਿਆ
ਤੇ ਆਪਣੇ ਪਰਿਵਾਰ ਨੂੰ ਲੈ ਕੇ ਗੁਰੂ ਕੀ ਵਡਾਲੀ ਚਲੇ ਗਏ। ਉੱਥੇ ਉਹਨਾਂ ਦਾ ਜਨਮ ਹੋਇਆ। ਜਨਮ ਹੋਣ ਤੋਂ ਬਾਅਦ 5 ਸਾਲ ਉੱਥੇ ਰਹੇ। ਜਦ ਸਾਹਿਬਜ਼ਾਦੇ 5 ਸਾਲ ਦੇ ਹੋ ਗਏ ਤੇ ਵਡਾਲੀ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਆ ਗਏ। ਜਦ ਸਾਹਿਬਜ਼ਾਦਿਆਂ ਨੂੰ ਹੱਸਦੇ ਖੇਡਦੇ ਭੱਜਦੇ ਦੌੜਦੇ ਦੇਖਦਾ ਹੈ ਤਾਂ ਇਹਦੇ ਮਨ ਵਿੱਚ ਸ਼ੋਰ ਪੈਦਾ ਹੁੰਦਾ ਹੈ, ਬਈ ਮੈਂ ਕਿਉਂ ਨਹੀਂ ਇਹਨਾਂ ਨੂੰ ਖਤਮ ਕਰ ਸਕਿਆ। ਇਹਨੇ ਦੂਜੇ ਵਾਰ ਫਿਰ ਸੁਲ੍ਹੀ ਖਾਨ ਨੂੰ ਕਿਹਾ। ਉਸ ਵੇਲੇ ਜਦ ਪਾਤਸ਼ਾਹ ਚਲੇ ਗਏ ਤੇ ਸੁਲ੍ਹੀ ਖਾਨ ਫੜਨ ਵਾਸਤੇ ਆਇਆ ਤਾਂ ਇਹਨੇ ਆਪ ਹੀ ਸੁਲ੍ਹੀ ਖਾਨ ਨੂੰ ਮੋੜ ਦਿੱਤਾ। ਕਹਿਣ ਲੱਗਿਆ ਉਹ ਤਾਂ ਚਲੇ ਗਏ ਪਿੰਡ ਛੱਡ ਕੇ, ਹੁਣ ਕੋਈ ਨਹੀਂ ਆਉਂਦਾਗਾ, ਉਹ ਹੁਣ ਭਾਵੇਂ ਤੁਸੀਂ ਮੁੜ ਜਾਓ। ਤੇ ਸੁਲ੍ਹੀ ਖਾਨ ਵਾਪਸ ਮੁੜ ਗਿਆ। ਦੂਜੀ ਵਾਰ ਫਿਰ ਸੁਲ੍ਹੀ ਖਾਨ ਨੂੰ ਇਸ ਨੇ ਸੱਦਿਆ। ਜਦ ਪਹਿਲੀ ਵਾਰ ਆਇਆ ਸੁਲ੍ਹੀ ਖਾਨ ਤੇ ਇਸ ਨੂੰ ਆਪਣਾ ਇੱਕ ਪਿੰਡ ਹੇਹਰ ਦੇ ਦਿੱਤਾ। ਉਸ ਦੀ ਆਮਦਨ ਪ੍ਰਿਥੀ ਚੰਦ ਆਪਣੇ ਪਰਿਵਾਰ ਨੂੰ ਪਾਲਣ ਲੱਗਿਆ ਤੇ ਗੁਰੂ ਅਰਜਨ ਦੇਵ ਜੀ ਦੀ ਰੀਸ ਕਰਕੇ ਸਰੋਵਰ ਦੇ ਵਿੱਚ ਗੁਰੂ ਘਰ ਬਣਾਉਣਾ ਸ਼ੁਰੂ ਕੀਤਾ। ਭਾਵ ਹਰਿਮੰਦਰ ਸਾਹਿਬ ਦੀ ਨਕਲ ਬਣਾਉਣੀ ਸ਼ੁਰੂ ਕੀਤੀ। ਉਸਨੇ ਇੱਕ ਪਾਸੇ ਆਵੇ ਚੜਾ ਦਿੱਤੇ, ਇੱਟਾਂ ਪੱਕਣ ਲੱਗੀਆਂ, ਸਰੋਵਰ ਦੀ ਪਟਾਈ ਕਰਾਉਣ ਲੱਗਿਆ। ਤੇ ਜਦ ਇਸ ਨੇ ਦੁਬਾਰਾ ਸੱਦਿਆ ਸੁਲ੍ਹੀ ਖਾਨ ਨੂੰ ਤੇ ਸੁਲ੍ਹੀ ਖਾਨ ਆ ਰਿਹਾ ਹੈ ਤੇ ਇੱਧਰ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਸੁਲ੍ਹੀ ਖਾਨ ਚੜ ਕੇ ਆ ਰਿਹਾ ਅੰਮ੍ਰਿਤਸਰ ਵੱਲ, ਚੱਕ ਰਾਮਦਾਸਪੁਰ ਵੱਲ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਫੜਨ ਵਾਸਤੇ। ਤੇ ਆਪਾਂ ਗੁਰੂ ਸਾਹਿਬ ਨੂੰ ਜਾ ਕੇ ਦੱਸੀਏ। ਕਹਿੰਦੇ ਸਿੱਖ ਨੇ ਜਾ ਕਰਕੇ ਸਤਿਗੁਰਾਂ ਨੂੰ ਦੱਸਿਆ ਜਦ ਕਿ ਮਹਾਰਾਜ ਇਸ ਤਰ੍ਹਾਂ ਸੁਲ੍ਹੀ ਖਾਨ ਆਪਣੇ ਤੇ ਚੜ ਕੇ ਆ ਰਹੇ ਆ ਤੇ ਤੁਸੀਂ ਕੋਈ ਇੰਤਜ਼ਾਮ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਆਪਾਂ ਕੁਛ ਨਹੀਂ ਕਰਨਾ। ਸੰਗਤਾਂ ਨੇ ਪਹਿਲੀ ਸਲਾਹ ਦਿੱਤੀ ਕੁਛ ਕਰੋ, ਕੋਈ ਚਿੱਠੀ ਭੇਜ ਕੇ ਉਸ ਨੂੰ ਪੁੱਛੋ ਵੀ ਕੀ ਗੱਲ ਹੈ, ਤੂੰ ਕਿਵੇਂ ਚੜ ਕੇ ਆ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸਾਰਾ ਸ਼ਬਦ ਵੀ ਬਣਾ ਕੇ ਲਿਖਦੇ ਹੈ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਪਹਿਲੀ ਸੰਗਤਾਂ ਨੇ ਸਲਾਹ ਦਿੱਤੀ ਕੋਈ ਚਿੱਠੀ ਲਿਖ ਕੇ ਭੇਜੋ ਤੇ ਪੁੱਛੋ ਵੀ ਕੀ ਗੱਲ ਹੈ। ਪਾਤਸ਼ਾਹ ਕਹਿੰਦੇ ਆਪਾਂ ਕੋਈ ਚਿੱਠੀ ਨਹੀਂ ਭੇਜਣੀ। ਦੁਤੀਆ ਮਤਾ ਦੋਏ ਮਨੁੱਖ ਪਹੁੰਚਾਵੋ। ਦੂਜੀ ਸਲਾਹ ਦਿੱਤੀ ਵੀ 2 ਬੰਦੇ ਭੇਜ ਕੇ ਪੁੱਛ ਲਓ ਮਹਾਰਾਜ ਉਹ ਗੁਰੂ ਘਰ ਤੇ ਕਿਵੇਂ ਚੜ੍ਹਾਈ ਕਰਕੇ ਆ ਰਹੇ ਆ। ਪਾਤਸ਼ਾਹ ਕਹਿੰਦੇ ਨਾ ਆਪਾਂ ਬੰਦੇ ਭੇਜਣੇ ਆ। ਦੁਤੀਆ ਮਤਾ ਦੋਏ ਮਨੁੱਖ ਪਹੁੰਚਾਵੋ। ਤ੍ਰਿਤੀਆ ਮਤਾ ਕਿਛ ਕਰੋ ਉਪਾਇਆ। ਇੱਥੇ ਗੱਲ ਚੱਲ ਰਹੀ ਹੈ ਕਿ ਮਨੁੱਖ ਦਾ ਜ਼ੋਰ ਨਹੀਂ ਚੱਲਦਾ, ਪਰਮੇਸ਼ਰ ਕੁਛ ਵੀ ਕਰ ਸਕਦਾ ਹੈ। ਸਤਿਗੁਰਾਂ ਨੇ ਇੱਥੇ ਵੀ ਇਹੀ ਗੱਲ ਦੱਸਣ ਦੀ ਗੱਲ ਕੀਤੀ ਹੈ ਕਿ ਆਪਣਾ ਜ਼ੋਰ ਨਹੀਂ, ਆਪਾਂ ਕੁਛ ਵੀ ਨਹੀਂ ਕਰਨਾ। ਤ੍ਰਿਤੀਆ ਮਤਾ ਕਿਛ ਕਰੋ ਉਪਾਇਆ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਤੇ ਆਇਆ। ਸਿੱਖਾਂ ਨੂੰ ਕਿਹਾ ਕਿ ਪਰਮੇਸ਼ਰ ਦਾ ਜਾਪ ਕਰੋ, ਪਰਮੇਸ਼ਰ ਹੀ ਬਹੁਤ ਕੁਝ ਕਰ ਸਕਦੇ, ਆਪਾਂ ਕੁਛ ਨਹੀਂ ਕਰਨਾ। ਇਸ ਪਰਮੇਸ਼ਰ ਦੇ ਹੁਕਮ ਅੰਦਰ ਹੈ, ਬਾਣੀ ਅੰਦਰ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਚੁੱਪ ਕਰਕੇ ਬੈਠ ਗਏ, ਸੰਗਤਾਂ ਵੀ ਚੁੱਪ ਕਰਕੇ ਬਹਿ ਗਈਆਂ। ਤੇ ਉਧਰੋਂ ਸੁਲ੍ਹੀ ਖਾਨ ਜਿਹੜਾ ਹੈ ਉਹ ਤੁਰਿਆ ਆ ਰਿਹਾ ਸਤਿਗੁਰਾਂ ਨੂੰ ਫੜਨ ਦੇ ਲਈ। ਔਰ ਰਸਤੇ ਦੇ ਵਿੱਚ ਇਹਨੇ ਪ੍ਰਿਥੀ ਚੰਦ ਦੇ ਕੋਲ ਦੀ ਆਉਣਾ ਸੀਗਾ। ਹੇਹਰਾ ਪਿੰਡ ਪਹੁੰਚ ਗਿਆ ਜਿੱਥੇ ਪ੍ਰਿਥੀ ਚੰਦ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਬਣਾਉਣੀ ਸ਼ੁਰੂ ਕੀਤੀ ਸੀ। ਤਾਂ ਉਸ ਤੋਂ ਪਹਿਲਾਂ ਹੀ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਵੀ ਸੁਲ੍ਹੀ ਖਾਨ ਆ ਰਹੇ ਆ ਤੇ ਆਪਣਾ ਪੱਗ ਵੱਟ ਭਰਾ ਜਾਣ ਕੇ ਅੱਗੋਂ ਮਿਲਣ ਵਾਸਤੇ ਗਿਆ। ਜਦ ਮਿਲਣ ਵਾਸਤੇ ਗਿਆ ਤਾਂ ਅੱਗੋਂ ਸੁਲ੍ਹੀ ਖਾਨ ਵੀ ਘੋੜੇ ਤੋਂ ਉਤਰ ਕੇ ਇਹਦੇ ਹੱਥ ਵਿੱਚ ਹੱਥ ਪਾ ਕੇ ਤੁਰਿਆ ਆ ਰਿਹਾ ਹੈ, ਨਾਲ ਫੌਜ ਆ ਰਹੀ ਆ। ਔਰ ਪ੍ਰਿਥੀ ਚੰਦ ਬੜੀਆਂ ਫੜਾ ਮਾਰਨ ਲੱਗਿਆ ਕਿ ਮੈਂ ਤੁਹਾਡੇ ਦਿੱਤੇ ਹੋਏ ਨਗਰ ਦੇ ਵਿੱਚ ਜੋ ਅਰਜਨ ਦੇਵ ਜੀ ਗੁਰਦੁਆਰਾ ਬਣਾ ਰਹੇ ਨੇ ਮੈਂ ਉਹੋ ਜਿਹਾ ਬਣਾਵਾਂਗਾ। ਇੱਥੇ ਬੜੇ ਲੋਕਾਂ ਦਾ ਭਲਾ ਹੋਵੇਗਾ। ਸਰੋਵਰ ਦੇ ਵਿੱਚ ਉਸੇ ਤਰ੍ਹਾਂ ਦਾ ਬਣਾਵਾਂਗੇ। ਭਾਵ ਜਿਵੇਂ ਗੁਰੂ ਸਾਹਿਬ ਸੱਚੀ ਬਾਣੀ ਉਚਾਰਨ ਕਰਦੇ ਸੀ
ਇਹ ਵੀ ਉਹਨਾਂ ਦੀਆਂ ਰੀਸ ਦੀਆਂ ਫੜਾਂ ਮਾਰਨ ਲੱਗਿਆ ਝੂਠੀਆਂ। ਕਹਿੰਦੇ ਸੁਲੀ ਖਾਨ ਬੜਾ ਖੁਸ਼ ਹੋਇਆ, ਬੜਾ ਮਾਣ ਹੋ ਗਿਆ, ਬੜਾ ਹੰਕਾਰ ਵੀ ਵੱਧ ਗਿਆ। ਤੇ ਜਦ ਮਨੁੱਖ ਦੇ ਉੱਤੇ ਇਹਨਾਂ ਪੰਜਾਂ ਵਿਕਾਰਾਂ ਚੋਂ ਕਿਸੇ ਇੱਕ ਦਾ ਅਸਰ ਹੁੰਦਾ ਹੈ ਤੇ ਮਨੁੱਖ ਦੀ ਮੱਤ ਕੰਮ ਛੱਡ ਜਾਂਦੀ ਹੈ। ਕਹਿੰਦੇ ਸੁਲੀ ਖਾਨ ਤੇ ਪ੍ਰਿਥੀ ਚੰਦ ਹੱਥ ਵਿੱਚ ਹੱਥ ਫੜ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਤੁਰੇ ਆ ਰਹੇ ਆ। ਸਮਾਂ ਹੋਇਆ, ਪ੍ਰਿਥੀ ਚੰਦ ਨੂੰ ਕਹਿੰਦੇ ਬਾਥਰੂਮ ਦਾ ਜ਼ੋਰ ਪੈ ਗਿਆ। ਇਹ ਹੱਥ ਛਡਾ ਕੇ ਸੁਲੀ ਖਾਨ ਤੋਂ ਸਾਈਡ ਨੂੰ ਨਿਕਲ ਗਿਆ ਬਾਥਰੂਮ ਵਾਸਤੇ ਤੇ ਸੁਲੀ ਖਾਨ ਦੀ ਮੱਤ ਮਾਰੀ ਗਈ ਤੇ ਇਹ ਭੱਜ ਕੇ ਇੱਕ ਟਿੱਬੇ ਤੇ ਚੜ ਗਿਆ। ਟਿੱਬਾ ਸਮਝ ਕੇ ਵੀ ਉੱਚਾ ਟਿੱਬਾ ਹੋਣਾ ਇਹ ਰੇਤੇ ਦਾ, ਪਰ ਅਸਲ ਵਿੱਚ ਉਹ ਭੱਠਾ ਸੀਗਾ, ਆਵਾ ਸੀ ਜਿਸ ਦੇ ਉੱਤੇ ਅੱਗ ਪਾਉਣ ਨੂੰ ਮੋਰੇ ਰੱਖੇ ਹੁੰਦੇ ਆ। ਇਹ ਅੰਨ੍ਹੇਵਾਹ ਛਾਲ ਮਾਰ ਕੇ ਉਸ ਆਵੇ ਦੇ ਉੱਤੇ ਚੜ੍ਹਿਆ ਤੇ ਜਾਂਦਿਆਂ ਹੀ ਇਹਦਾ ਪੈਰ ਉਸੇ ਮੋਰੇ 'ਚ ਪੈ ਗਿਆ ਜਿੱਥੋਂ ਦੀ ਲੱਕੜ ਕੋਲਾ ਪਾਇਆ ਜਾਂਦਾ। ਤੇ ਜਦ ਪੈਰਿਆ ਪਿਆ ਤੇ ਇਹਨੇ ਕੋਸ਼ਿਸ਼ ਕੱਢੀ, ਪੈਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕੱਚੀਆਂ ਇੱਟਾਂ ਚਿਣੀਆਂ ਹੁੰਦੀਆਂ ਉਹ ਡਿੱਗ ਪਈਆਂ ਤੇ ਇਹ ਸਾਰਾ ਹੀ ਵਿੱਚ ਧੱਸਣ ਲੱਗਿਆ। ਬੜਾ ਰੌਲਾ ਪਾਉਂਦਾ। 5000 ਫੌਜ ਹੈ ਇਹਦੇ ਨਾਲ। ਸੁਲੱਭੀ ਖਾਨ ਇਹਦਾ ਭਤੀਜਾ ਵੀ ਨਾਲ ਹੈ। ਔਰ ਇਸ ਤਰ੍ਹਾਂ ਸਾਰੇ ਹੱਥ ਮਲਦੇ ਰਹਿ ਗਏ। ਹੁਣ ਬਲਦੀ ਅੱਗ 'ਚ ਕੌਣ ਵੜੇ? ਪ੍ਰਿਥੀ ਚੰਦ ਵੀ ਵੇਖਦਾ ਰਹਿ ਗਿਆ, ਬਈ ਮੇਰਾ ਇਹ ਤੀਰ ਵੀ ਖਾਲੀ ਰਹਿ ਗਿਆ। ਭਾਵ ਸੁਲੀ ਖਾਨ ਫੜ ਨਹੀਂ ਸਕਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਝੁਲਸਿਆ ਗਿਆ, ਮਰ ਗਿਆ। ਔਰ ਕਿਸੇ ਸੂਈਏ ਸਿੱਖ ਨੇ ਆ ਕੇ ਪੰਜਵੇਂ ਪਾਤਸ਼ਾਹ ਨੂੰ ਇਹ ਗੱਲ ਵੀ ਦੱਸੀ, ਮਹਾਰਾਜ ਸੁਲੀ ਖਾਨ ਰਾਹ 'ਚ ਹੀ ਮਰ ਗਿਆ, ਆ ਵਿੱਚ ਸੜ ਕੇ। ਉੱਥੇ ਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਵੀ ਆਪਣੀ ਮਰਜ਼ੀ ਨਹੀਂ ਹੈ। ਨਾ ਕਹਿ ਦਿਓ ਕਿ ਮੈਂ ਕੁਛ ਕੀਤਾ, ਇਹ ਵੀ ਪਰਮੇਸ਼ਰ ਦੀ ਮਰਜ਼ੀ ਆ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨਸੋਰ। ਪ੍ਰਿਥੀ ਚੰਦ ਦੀ ਮਰਜ਼ੀ ਹੈ ਮੈਂ ਗੁਰੂ ਬਣ ਜਾਵਾਂ, ਗੁਰਤਾ ਗੱਦੀ ਦੇ ਸਾਰਾ ਚੜਾਵਾ ਮੇਰੇ ਕੋਲ ਆਵੇ, ਪਰ ਨਹੀਂ ਮਿਲ ਸਕੇ। ਔਰ ਸੁਲੀ ਖਾਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੈਂ ਪ੍ਰਿਥੀ ਚੰਦ ਨੂੰ ਗੱਦੀ ਦਵਾ ਦੇਵਾਂਗਾ, ਨਹੀਂ ਦਵਾ ਸਕਿਆ। ਜਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਆ ਕੇ ਦੱਸਿਆ ਕਿ ਮਹਾਰਾਜ ਜਿਹੜਾ ਸੁਲੀ ਖਾਨ ਹੈ ਉਹ ਰਸਤੇ ਵਿੱਚ ਹੀ ਆਵੇ ਵਿੱਚ ਸੜ ਕੇ ਮਰ ਗਿਆ, ਤਾਂ ਉਸ ਵੇਲੇ ਫਿਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਪਰਮੇਸ਼ਰ ਦੀ ਸਿਫਤ ਕਰਦਿਆਂ ਹੋਇਆਂ, ਸੁਲਹੀ ਤੇ ਨਾਰਾਇਣ ਰਾਖ। ਅਸਲ ਦੇ ਵਿੱਚ ਪਰਮੇਸ਼ਰ ਦੀ ਤਾਕਤ ਹੀ ਕੰਮ ਕਰਦੀ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਣੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ। ਹੋਏ ਮੂਆ ਨਾ ਪਾਕ, ਅਪਵਿੱਤਰ ਹੋ ਕੇ ਮਰ ਗਿਆ। ਕਿਉਂਕਿ ਮੁਸਲਮਾਨ ਤਾਂ ਮਰੇ ਨੂੰ ਵੀ ਅੱਗ ਵਿੱਚ ਨਹੀਂ ਪਾਉਂਦੇ, ਇਹ ਜਿਉਂਦਾ ਹੀ ਦੋਜਕਾਂ ਦੀ ਅੱਗ ਵਿੱਚ ਪੈ ਗਿਆ। ਮਾਨੋ ਕਾੜ ਕੁਠਾਰ ਖਸਮ ਸਿਰ ਕਾਟਿਆ। ਕੁਠਾਰ ਕੁਹਾੜਾ, ਭਾਵ ਇਹਦੇ ਕਮਰ ਕਸੇ ਵਿੱਚ ਕੁਹਾੜੀ ਟੰਗੀ ਹੋਈ ਸੀ, ਜਿਸ ਦਾ ਬਾਹਾਂ ਥੱਲਿਓਂ ਇੱਟ ਨਾਲ ਲੱਗਿਆ ਤੇ ਉਹ ਕਮਰ ਕਸੇ ਚੋਂ ਉੱਚੀ ਉੱਠੀ ਤੇ ਧੌਣ ਤੇ ਫਿਰ ਗਈ। ਇਹਦੀ ਸਾਹ ਨਾੜੀ ਵੀ ਵੱਢੀ ਗਈ। ਤੇ ਕੁਠਾਰ ਦਾ ਦੂਸਰਾ ਅਰਥ ਹੁੰਦਾ ਕੁਠਾਲਾ। ਸੁਨਿਆਰਾਂ ਕੋਲ ਕੁਠਾਲੀ ਹੁੰਦੀ ਹੈ ਛੋਟੀ ਸੋਨਾ ਢਾਲਣ ਵਾਸਤੇ। ਇਹ ਮਾਨੋ ਅੱਗ ਦਾ ਕੁਠਾਲਾ ਬਣਾ ਦਿੱਤਾ ਭੱਠਾ, ਜਿਹਦੇ ਵਿੱਚ ਸੁਲੀ ਖਾਨ ਸੜ ਕੇ ਸਵਾਹ ਹੋ ਗਿਆ। ਖਿਨਮੈ ਹੋਏ ਗਿਆ ਹੈ ਖਾਕ। ਕੁਹਾੜੇ ਦੇ ਬਾਰੇ ਲਿਖਦੇ ਆ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਕਵੀ, ਜਹਾਂ ਗਿਰੀ ਗਰੀਵਾ ਤਹਿ ਧਾਰਾ, ਤਰਸ਼ਨ ਧਰਤੇ ਸਿਰਕਾ ਡਾਰਾ। ਅਗਨ ਸਾਥ ਤਨ ਭੜਥਾ ਪਇਓ, ਕਿਸਤੇ ਨਹੀਂ ਨਿਕਾਸਿਓ ਗਇਓ। ਭੜਥਾ ਬਣ ਗਿਆ ਸਰੀਰ ਦਾ, ਔਰ ਕੁਹਾੜੇ ਨਾਲ ਸਿਰ ਵੀ ਕੱਟਿਆ ਗਿਆ ਇਸ ਦਾ।
ਆਪਣੇ ਹੀ ਕੁਹਾੜੇ ਦੇ ਨਾਲ ਜੋ ਇਹਦੇ ਕਮਰ ਕਸੇ ਵਿੱਚ ਟੰਗਿਆ ਹੋਇਆ ਸੀ। ਮੰਦਾ ਚਿਤਵਤ ਚਿਤਵਤ ਪਚਿਆ, ਗੁਰੂ ਘਰ ਦਾ ਮਾੜਾ ਸੋਚਦਾ ਸੋਚਦਾ ਜਿਹੜਾ ਮਨ ਦਾ ਸ਼ੋਰ ਸੀ ਉਹ ਖਤਮ ਨਾ ਕਰ ਸਕਿਆ। ਪ੍ਰੀਤਮ ਦਾ ਬਚਨ ਹੈ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੁੜ ਮਨ ਦੇ ਵਿੱਚ ਸੰਕਲਪ ਵਿਕਲਪ ਪੁੱਠੇ ਸਿੱਧੇ ਖਿਆਲ ਫੁਰਨੇ ਇਹਨਾਂ ਦੇ ਅੰਦਰ ਆਉਂਦੇ ਸੀ, ਉਹਨਾਂ ਨੂੰ ਇਹ ਖਤਮ ਨਾ ਕਰ ਸਕਿਆ। ਇਹ ਵੀ ਪਰਮੇਸ਼ਰ ਦੀ ਮਰਜ਼ੀ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ ਮਨੁੱਖ ਨੂੰ। ਸੰਕਲਪ ਵਿਕਲਪ ਵਾਲੇ ਚੰਗੇ ਫੁਰਨੇ ਹੀ ਮਨੁੱਖ ਨੂੰ ਦੱਬੀ ਫਿਰਦੇ ਹਨ। ਜੋਰ ਨਾ ਰਾਜ ਮਾਲ ਮਨ ਸੋਰ, ਇਸ ਤਰ੍ਹਾਂ ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਜਿਸ ਨੇ ਇਹਨੂੰ ਪੈਦਾ ਕੀਤਾ ਉਸੇ ਨੇ ਹੀ ਨਰਕਾਂ ਦੀ ਅੱਗ ਵੱਲ ਭੱਠੇ ਦੇ ਵਿੱਚ ਸਾੜ ਕੇ ਸਵਾਹ ਕਰ ਦਿੱਤਾ। ਕੋ ਸਤਨਾਮ ਸੀ। ਉਸ ਵੇਲੇ ਨਾਲ 5000 ਫੌਜ ਹੈ, ਭਤੀਜਾ, ਹੋਰ ਬਹੁਤ ਲੋਕ ਹੈ, ਦੋਸਤ ਮਿੱਤਰ। ਭਗਵਤ ਭਰਾ ਪਿੱਠੀ ਚੰਦ ਵੀ ਸਾਹਮਣੇ ਖੜਾ ਹੱਥ ਮਲਦਾ ਵੇਖਦਾ ਰਹਿ ਗਿਆ। ਪਾਤਸ਼ਾਹ ਲਿਖਦੇ ਆ, ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਕੋਈ ਵੀ ਇਹਦੇ ਕੰਮ ਨਹੀਂ ਆਇਆ। ਉਸ ਵੇਲੇ ਛੋੜ ਗਿਆ ਸਾ ਭਾਈ ਸਾਕ, ਰਿਸ਼ਤੇਦਾਰ ਸਾਕ ਸੰਬੰਧੀ ਸਭ ਖਤਮ ਹੋ ਗਏ, ਕੋਈ ਇਹਦੇ ਨਾਲ ਨਹੀਂ ਗਿਆ, ਦੁਨੀਆ ਤੋਂ ਤੁਰ ਗਿਆ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨਕਾ ਕੀਨੋ ਪੂਰਨ ਬਾਕ। ਪਾਤਸ਼ਾਹ ਕਹਿੰਦੇ ਮੈਂ ਬਲਿਹਾਰੇ ਜਾਵਾਂ ਉਸ ਪਰਮੇਸ਼ਰ ਤੋਂ ਜਿਸ ਨੇ ਆਪਣੇ ਸੇਵਕ ਦੇ ਬਚਨ ਪੂਰੇ ਕੀਤੇ। ਜੋਰ ਨ ਰਾਜ ਮਾਲ ਮਨਸੋਰ, ਜੋਰ ਨ ਸੁਰਤੀ ਗਿਆਨ ਵਿਚਾਰ। ਕਿਸੇ ਵਿੱਚ ਵੀ ਸੁਰਤੀ ਦਾ ਧਿਆਨ ਲਾਉਣਾ ਜਾਂ ਗਿਆਨ ਕਰਨਾ, ਵਿਚਾਰ ਕਰਨੀ, ਇਹ ਵੀ ਮਨੁੱਖ ਦੀ ਆਪਣੀ ਮਰਜ਼ੀ ਨਹੀਂ ਹੈ। ਜੇ ਕੋਈ ਮਨੁੱਖ ਕਰੇ ਕਿ ਮੈਂ ਕਥਾ ਕਰ ਲਵਾਂਗਾ, ਗਿਆਨ ਕਰ ਲਵਾਂਗਾ, ਇਹ ਮਨੁੱਖ ਦੀ ਮਰਜ਼ੀ ਨਹੀਂ, ਇਹ ਵੀ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਹੀ ਆਉਂਦਾ। ਸੁਰਤ ਲਾਉਣੀ, ਧਿਆਨ ਲਾਉਣਾ, ਸਿਮਰਨ ਕਰਨਾ, ਇਹ ਵੀ ਪਰਮੇਸ਼ਰ ਕਰਵਾ ਲਵੇ। ਸੁਰਤੀ ਵੀ ਗੁਰੂ ਪ੍ਰਭੂ ਦੀ ਕਿਰਪਾ ਤੋਂ ਬਗੈਰ ਨਹੀਂ ਜੁੜਦੀ। ਗ੍ਰੰਥਾਂ ਦੀ ਵਿਚਾਰ ਕਰਨੀ ਵੀ ਉਹਦੇ ਹੁਕਮ ਤੋਂ ਬਗੈਰ ਨਹੀਂ ਆਉਂਦੀ। ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਜੈ ਭੇਜੇ ਤੈ ਜਾਵਾਂ। ਇੱਥੇ ਵੀ ਆਪਣੀ ਤਾਕਤ ਕੰਮ ਨਹੀਂ ਕਰਦੀ। ਜੋਰ ਨਾ ਜੁਗਤੀ ਛੁੱਟੈ ਸੰਸਾਰ, ਕਹਿੰਦੇ ਜੋਰ ਨਾਲ ਨਹੀਂ, ਗੁਰੂ ਦੀ ਬਖਸ਼ੀ ਜੋਗਤ ਦੇ ਨਾਲ ਹੀ ਸੰਸਾਰ ਚੋਂ ਮੁਕਤ ਹੋ ਸਕੀਦਾ। ਜੇ ਜ਼ੋਰ ਦੀ ਗੱਲ ਹੁੰਦੀ ਤੇ ਰਾਵਣ ਜਿਹੜਾ ਹੈ ਉਹਦੇ ਕੋਲੇ ਥੋੜਾ ਜ਼ੋਰ ਨਹੀਂ ਸੀਗਾ। ਇਹ ਪ੍ਰੇਮ ਦੀ ਖੇਡ ਹੈ। ਸਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇਸ ਕਰਕੇ ਰਾਵਣ ਨੇ ਵੀ ਉਸ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਕਈ ਵਾਰੀ ਆਪਣਾ ਸਿਰ ਅਰਪਣ ਕੀਤਾ ਕੱਟ ਕੇ। ਤੋ ਕਹਿਣ ਤੋਂ ਭਾਵ ਹੈ ਜ਼ੋਰ ਨਾਲ ਨਹੀਂ, ਗੁਰੂ ਦੀ ਬਖਸ਼ੀ ਜੋਗਤ ਦੇ ਨਾਲ ਹੀ ਸੰਸਾਰ ਚੋਂ ਮੁਕਤ ਹੋ ਸਕੀਦਾ। ਜੋਰ ਨਾ ਜੁਗਤੀ ਛੁੱਟੇ ਸੰਸਾਰ। ਅੱਗੇ ਫਿਰ ਅਖੀਰਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਜੇ ਕੋਈ ਕਹੇ ਕਿ ਮੇਰੇ 'ਚ ਤਾਕਤ ਹੈ ਮੈਂ ਇਹ ਕਰ ਲਵਾਂਗਾ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਜਿਹਦੇ ਅੰਦਰ ਜ਼ੋਰ ਹੈਗਾ ਉਹ ਲਾ ਕੇ ਦੇਖ ਲਵੇ ਭਾਈ। ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਬੰਦੇ ਦੀ ਤਾਕਤ ਬੰਦੇ ਦੇ ਹੱਥ ਵਿੱਚ ਨਹੀਂ ਹੈ। ਕਿਆ ਕਹੋ ਮਨੁੱਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ। ਜਿਵੇਂ ਪਰਮੇਸ਼ਰ ਚਾਹੁੰਦਾ ਬੰਦਾ ਉਵੇਂ ਕਰਦਾ ਹੈ। ਬੰਦੇ ਦੀ ਕੋਈ ਮਰਜ਼ੀ ਨਹੀਂ। ਇੱਕ ਪੈਰ ਪਟਣਾ ਵੀ ਬੰਦੇ ਦੀ ਮਰਜ਼ੀ ਨਾਲ ਨਹੀਂ ਹੁੰਦਾਗਾ। ਕੋ ਸਤਨਾਮ ਸੀ। ਜਿਵੇਂ ਉਹ ਚਲਾਉਂਦਾ ਮਨੁੱਖ ਉਵੇਂ ਚੱਲਦਾ। ਤਾਂ ਤੇ ਸਿੱਧੋ ਜੀਵ ਦੀ ਤਾਕਤ ਕੁਝ ਵੀ ਨਹੀਂ ਹੈ। ਸੱਚ ਤਾਂ ਇਹ ਗੱਲ ਹੈ ਕਿ ਸਾਰਾ ਜ਼ੋਰ ਤਾਕਤ ਪਰਮੇਸ਼ਰ ਦੇ ਹੱਥ ਵਿੱਚ ਹੈ। ਜਿਸ ਨੂੰ ਉਹ ਤਾਕਤ ਦੇ ਦੇਵੇ, ਨੀਕੀ ਕੀੜੀ ਮਹਿ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਜਿਸ ਕਾ ਸਾਸ ਨ ਕਾਟ ਤੇ ਆਪ ਤਾਕੋ ਰਾਖਤ,
दे कर हाथ जह जह भाना तह तह राखे, नानक सब किछ प्रभ कै हाथे। बेअंत गुरबाणी उचारण कीती प्रीतम ने इस विषय ते भी। नानक उत्तम नीच न कोय, जे कोई आपकी मर्जी नाल कहे कि मैं ही उत्तम हाँ, मेरे वर्गा कोई सिख नहीं, कोई भगत नहीं, तो ये नहीं पता परमेश्वर दर ते कौन प्रवान हुंदा। को सतनाम श्री एक रैबा नाम की इस्त्री हुई है मुसलमान मत विच। तो गुरु प्यारो बहुत सारे लोग कहते मक्के की यात्रा ते जाते हैं, ये रैबा भी चल पई ते रैबा दे कोल कपड़े च बन्ने हुए 4-5 प्रशादे आ। रस्ते विच भुख लगी ते प्रशादा छकण वास्ते जद कहते बैठी ना, एक सूई हुई कुत्ती इहदे कोल आ गई, पुछ मारन लगी। ते गुरु प्यारिओ रैबा ने कहते एक प्रशादा उसनूं पा दिता, उन्हें फटाफट खाधा, फिर मंगिया ने एक होर पा दिता। भाव रैबा ने एक प्रशादा खांदे खांदे वो 4 प्रशादे खा गई। रैबा ने इको खा के परमेश्वर का भाणा मन्निया, शुक्र किया। कहते उस वेले अल्लाह आप दर्शन देने वास्ते रैबा नूं उत्थे पहुंच गया जिथे रैबा बैठी आ। को सतनाम श्री मक्का कहते उथों रैबा दे कोल पहुंच गया। धौल धर्म दया का पूत, असली धर्म तो दया दे विचों पैदा हुंदा। जे मनुख दे विच दया नहीं तो कोई अपने आप को समझी जाए कि मैं परमेश्वर का बहुत बड़ा भगत हाँ, पता नहीं परमेश्वर ने उत्थे किहनूं प्रवान करना। को सतनाम ना पातशाह जी कहते जोर ना सुरती ज्ञान विचार, जोर ना जुगती छुटे संसार, जिस हथ जोर कर वेखै सोए, नानक उत्तम नीच न कोय। इत्थे दुनिया विच कोई वड्डा बने कोई छोटा बने, पर परमेश्वर दे सामने परमेश्वर नूं पता उत्थे कौन उत्तम है ते कौन नीच है। ये दुनिया मनदी होवे भावें, पर परमेश्वर इस गल नूं नहीं मनदा। ये सी 33वीं पौड़ी जपजी साहिब दी, जिस दियां विचारां आप जी ने सरवण कीतियां। बोलदियां ने एक आखर बाद घाट हो जाते, सिख संगतां ते सतगुरु बख्शण जोग है बख्श लैना जी। समाप्ति करिए, बोलदियां आखर बाद घाट हो जाते। अगली पौड़ी राती रुती थिती वार, पौड़ पानी अग्नि पाताल, अगले दीवाना भी सरवण करांगे। कीर्तन का समा हो रहा है, समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह।